इस तरह ਦੀਆਂ ਧਾਰਮਿਕ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਪਿੱਛੇ ਜੇ ਬੜਾ ਬ੍ਰਹਮ ਕਵਚ ਦੇ ਉੱਤੇ ਕਿੰਤੂ ਪਰੰਤੂ ਕਰਤਾ, ਇਹ ਹੁਣ ਕਿਉਂ ਪ੍ਰਗਟ ਹੋਇਆ, ਪਹਿਲਾਂ ਕਿਉਂ ਨਹੀਂ ਹੋਏ, ਐ ਨਹੀਂ ਇਹ ਦਸਮ ਵਿੱਚ ਨਹੀਂ, ਇਹ ਸਰਵਲੋਚ ਵੀ ਨਹੀਂ ਹੈਗਾ। ਮੈਂ ਠੀਕ ਹੈ ਗੱਲ, ਇੱਕ ਚੀਜ਼ ਆ ਚਲੋ ਮੰਨੋ ਇਹ ਨਹੀਂ ਹੈਗੀ, ਪਰ ਤੁਸੀਂ ਕਰਕੇ ਦੇਖ ਲਓ। ਜੇ ਤੁਸੀਂ ਕਰਕੇ ਦੇਖੋਗੇ ਤਾਂ ਮੇਰੇ ਸੰਪਰਕ ਵਿੱਚ ਤਾਂ 1 ਲੱਖ ਬੰਦਾ ਘੱਟੋ ਘੱਟ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਵੀ ਪਹਿਲੇ ਦਿਨ ਹੀ ਕਿਰਪਾ ਹੋ ਗਈ, ਵੀ ਮੇਰੇ 'ਚ ਹਫ਼ਤੇ 'ਚ ਕਿਰਪਾ ਹੋ ਗਈ। ਇਹ ਜਿਹੜਾ ਬ੍ਰਹਮ ਕਵਚ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਇਹ ਪਹਿਲਾਂ ਨਹੀਂ ਸੀ। ਕਿਉਂ ਲਿਆਉਣੇ ਆਪਾਂ? ਕਿਉਂਕਿ ਮਰਿਆਦਾ ਵਿੱਚ ਪਾਠ ਨਹੀਂ, ਭਲਾ ਕਿਸੇ ਰੂਹ ਦਾ ਹੁੰਦਾ ਨਹੀਂ। ਇੱਕ ਨਾਈਟ ਵਿਜ਼ਨ ਕੈਮਰਾ ਹੁੰਦਾ, ਉਹ ਹਨੇਰੇ 'ਚ ਨਹੀਂ ਦਿਖਦਾ। ਜੇ ਕਿਤੇ ਉਹ ਲਾ ਦਈਏ ਨਾ ਅੱਖਾਂ ਨੂੰ ਵੀ ਲੱਗ ਜਾਂਦਾ, ਉਹ ਤੁਹਾਨੂੰ ਹਨੇਰੇ ਵਿੱਚ ਹੀ ਸਾਰਾ ਦਿਖਣ ਲੱਗ ਜਾਊਗਾ। ਜਿਵੇਂ ਜੇ ਤੁਹਾਡਾ ਤੀਜਾ ਨੇਤਰ ਖੁੱਲ ਜਾਏ ਨਾ, ਕਿਤੇ ਤੁਹਾਡੇ ਘਰ ਵਿੱਚ ਕੀ ਕੁਝ ਫਿਰਦਾ ਤੁਹਾਨੂੰ ਉਹ ਸਾਰਾ ਦਿਖਣ ਲੱਗ ਜਾਣਾ। ਤੁਸੀਂ ਕਹੋਗੇ ਬੇਬੇ ਬਾਪੂ ਤਾਂ ਇੱਥੇ ਫਿਰਦੇ ਆ, ਮਾਸੜ ਵੀ ਭੂਆ ਵੀ ਇੱਥੇ ਹੀ ਫਿਰਦੀ ਆ, ਉਹ ਇਹ ਸਾਰੇ ਉਰੇ ਹੀ ਫਿਰਦੇ ਆ। ਇਹਨਾਂ ਕਿਹੜਾ ਅੰਮ੍ਰਿਤ ਛਕਿਆ? ਜੇ ਛਕਿਆ ਤਾਂ ਰਹਿਤ ਨਹੀਂ ਰੱਖੀ। ਸਾਧ ਸੰਗਤ ਬੜੀ ਮਰਿਆਦਾ ਇੱਕ ਹੁੰਦੀ ਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜਦ ਹਜ਼ੂਰ ਸਾਹਿਬ ਗਏ, ਬੁਰਹਾਨਪੁਰ ਪਹੁੰਚੇ, ਜਿਸ ਖੰਡਰ ਜੇ ਚ ਰਾਤ ਨੂੰ ਸਿੰਘਾਂ ਸਮੇਤ ਆਰਾਮ ਕਰਨ ਲੱਗੇ, 12 ਵਜੇ ਰਾਤ ਨੂੰ ਪ੍ਰੇਤ ਆ ਗਿਆ ਇੱਕ। ਉਹਨਾਂ ਦੀ ਪੁਸਤਕ ਵਿੱਚ ਹੀ ਲਿਖਿਆ ਹੋਇਆ, ਪ੍ਰੇਤ ਕਹਿੰਦਾ ਮਹਾਰਾਜ ਮੇਰਾ ਭਲਾ ਕਰ ਦਿਓ, ਮੈਂ ਬੜੇ ਹਜ਼ਾਰਾਂ ਸਾਲਾਂ ਤੋਂ ਇੱਥੇ ਹੀ ਫਿਰਨਾ। ਕਹਿੰਦੇ ਚਲੋ ਠੀਕ ਹੈ, ਤੇਰਾ ਅਖੰਡ ਪਾਠ ਸਾਹਿਬ ਕਰਦਾ। ਮਰਿਆਦਾ ਨਾਲ ਪਾਠ ਆਰੰਭ ਕੀਤਾ। ਕਹਿੰਦੇ ਨਿਸ਼ਾਨੀ, ਕਹਿੰਦੇ ਕੜਾਹ ਪ੍ਰਸ਼ਾਦ ਉੱਥੇ ਸਾਹਮਣੇ ਰੱਖ ਦਿਓ। ਉਹ ਐ ਪਹਿਲਾਂ ਆਲੇ ਜਿਹੇ ਬਣੇ ਹੁੰਦੇ ਸੀ, ਉਹ ਜੇ ਮੈਂ ਛਕ ਲਿਆ ਤਾਂ ਭਲਾ, ਨਹੀਂ ਛਕਿਆ ਤਾਂ ਫਿਰ ਗੜਬੜਾ ਕੋਈ। ਪਾਠ ਹੋਇਆ ਸਾਰਾ ਮਰਿਆਦਾ ਨਾਲ, ਸਾਰੇ ਪਾਠੀ ਕੇਸੀ ਇਸ਼ਨਾਨ ਕਰਕੇ ਲੱਗਦੇ ਰਹੇ, ਪਰ ਕੜਾਹ ਪ੍ਰਸ਼ਾਦ ਉੱਥੇ ਦਾ ਉੱਥੇ ਹੀ ਪਿਆ ਰਿਹਾ। ਉਹ ਕਹਿੰਦੇ ਛਕਿਆ ਹੀ ਨਹੀਂ ਉਹਨੇ। ਰਾਤ ਨੂੰ 12 ਵਜੇ ਫੇਰ ਆ ਗਿਆ ਉਹ। ਕਹਿੰਦੇ ਕਿਉਂ ਵੀ ਗਿਆ ਨਹੀਂ? ਕਹਿੰਦੇ ਤੁਹਾਡੇ ਇੱਕ ਪਾਠੀ ਨੇ ਪਿਸ਼ਾਬ ਦੀ ਕਿਰਿਆ ਕੀਤੀ ਸੀ, ਇੱਕ ਛਿੱਟਾ ਕਸ਼ਹਿਰੇ ਨੂੰ ਲੱਗ ਗਿਆ ਸੀ, ਜਿਸ ਕਰਕੇ ਪਾਠ ਖੰਡਨ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਸਮਝ ਲੱਗਦੀ ਕਿ ਨਹੀਂ? ਪਾਠ ਹੀ ਖੰਡਨ ਹੋ ਗਿਆ। ਭਾਈ ਸਾਹਿਬ ਕਹਿੰਦੇ ਸਾਰੇ ਪਾਠੀ ਸੁਣ ਲਓ, ਸਿੱਧਾ ਇਸ਼ਨਾਨ ਕਰਕੇ ਆ ਕੇ ਰੌਲ ਤੇ ਬਹਿਣਾ, ਬਾਥਰੂਮ ਨਹੀਂ ਜਾਣਾ ਵਿੱਚੋਂ। ਇਹੀ ਗੱਲ ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਨੂੰ ਜਾਂਦਿਆਂ ਰਾਜਸਥਾਨ 'ਚ ਇੱਕ ਬਿਲਡਿੰਗ 'ਚ ਸੇਮ ਘਟਨਾ ਹੋਈ ਸੀ। ਜਿਹੜੀ ਜਿੱਥੇ ਤੱਕ ਗੱਲ ਸੁੱਚਮ ਦੀ ਆਉਂਦੀ ਆ, ਲੋਕ ਸੁੱਚਮ ਤੋਂ ਹੀ ਹਟ ਗਏ ਸਾਰੇ, ਸੁੱਚਮ ਕੋਈ ਰੱਖਦਾ ਹੀ ਨਹੀਂ। ਮੈਂ ਇਹ ਗੱਲ ਕਹਿਣਾ ਵੀ ਜਦ ਤੁਸੀਂ ਤਾਬਿਆ ਬਹਿਣਾ, ਤਾਬਿਆ ਬੈਠਣ ਦਾ ਹੀ ਅਧਿਕਾਰ ਹੀ ਹੋਣਾ ਜ਼ਰੂਰੀ ਹੈ। ਇਹ ਨਹੀਂ ਕਿ ਬਸ ਲੈਟਰਨ ਜਾਓ, ਕੱਪੜੇ ਪਾਓ, ਤਾਬਿਆ ਬਹਿ ਜਾਓ, ਉਵੇਂ ਹੀ ਬਹਿ ਜਾਓ ਜਾ ਕੇ ਤਾਬਿਆ। ਇਹ ਤਾਬਿਆ ਬਹਿਣ ਦਾ ਵੀ ਇੱਕ ਬਹੁਤ ਵੱਡੀ ਗੱਲ। ਆਪਾਂ ਅਸਲ ਵਿੱਚ ਸਾਰਿਆਂ ਨੇ ਗੱਲਾਂ ਰੋਲ ਦਿੱਤੀਆਂ ਬਿਲਕੁਲ ਹੀ। ਜੇ ਤਾਬਿਆ ਬਹਿਣਾ, ਹੁਣ ਵੀ ਤੁਸੀਂ ਮਹਾਰਾਜ ਜੀ ਤੋਂ ਬਹੁਤ ਕੁਝ ਲੈ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠ ਕੇ ਹੁਣ ਘੱਟ ਤੋਂ ਘੱਟ, ਜਿਵੇਂ 33% ਨੰਬਰ ਤੇ ਪਾਸ ਹੁੰਦਾ ਵਿਦਿਆਰਥੀ, ਬਸ ਘੱਟ ਤੋਂ ਘੱਟ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਜ਼ਰੂਰ ਕਰੋ। ਬਸ ਇੰਨੇ 'ਚ ਹੀ ਕਿਰਪਾ ਹੋ ਜਾਣੀ ਹੈ। ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ, ਸਤਨਾਮ ਵਾਹਿਗੁਰੂ, ਚਾਹੇ ਮੂਲ ਮੰਤਰ, ਚਾਹੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਦਿਓ। ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਚੌਰ ਸਾਹਿਬ ਕਰਨ ਨਾਲ ਹੀ ਕਿਰਪਾ ਹੋ ਜਾਂਦੀ। ਨਹੀਂ ਬੈਠ ਸਕਦੇ ਚੌਰ ਕਰਨ ਤਾਂ ਕੋਲੇ ਬਹਿ ਕੇ ਵਾਹਿਗੁਰੂ ਵਾਹਿਗੁਰੂ। ਆ ਸ੍ਰੀ ਹਰਗੋਬਿੰਦਪੁਰ ਸਾਹਿਬ ਭਾਈ ਗੋਪਾਲਾ ਜੀ ਨੇ ਕਿਹਾ ਸੀ ਵੀ ਜਪਜੀ ਸਾਹਿਬ ਦਾ ਪਾਠ ਦਾਸ ਸੁਣਾਏਗਾ। ਇੱਕ ਜਪਜੀ ਸਾਹਿਬ ਨਾਲ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ ਮਹਾਰਾਜ। ਚਲੋ ਖੈਰ ਉਹਨਾਂ ਨੇ ਫੁਰਨਾ ਹੋਰ ਕਰ ਲਿਆ। ਮਹਾਰਾਜ ਕਹਿੰਦੇ ਤੈਨੂੰ ਬ੍ਰਹਮ ਗਿਆਨ ਮਿਲੇ, ਤੇਰੀਆਂ 21 ਕੁਲਾਂਤਾਂ ਨੂੰ ਤੈਨੂੰ ਆਹ ਮਿਲੇ, ਆਹ ਮਿਲੇ, ਬਹੁਤ ਕੁਝ ਦਿੱਤਾ ਸਤਿਗੁਰੂ। ਉਹ ਇੱਕ ਸਾਡੇ ਲਈ ਪ੍ਰਮਾਣ, ਉਦਾਹਰਨ, ਸਾਖੀ ਬਣਾਈ ਵੀ ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਇੱਕ ਜਪਜੀ ਸਾਹਿਬ ਰੋਜ਼ ਕਰ ਦੇਵੇਗਾ ਤਾਂ ਉਹਨੂੰ ਵੀ ਬਹੁਤ ਕੁਝ ਦੇ ਦਿਆਂਗੇ। ਬਾਣੀਆਂ ਤਾਬਿਆ ਬਹਿ ਕੇ ਕਰ ਲਿਆ ਕਰੋ, 5 ਬਾਣੀਆਂ ਕੋਲ ਬਹਿ ਕੇ ਸੁਣਾ ਦਿਆ ਕਰੋ।
ਸੁਖਮਨੀ ਸਾਹਿਬ ਸੁਣਾ ਦਿਆ ਕਰੋ ਮਹਾਰਾਜ ਨੂੰ। ਮਹਾਰਾਜ ਨੂੰ ਤੁਸੀਂ ਸਮਝਦੇ ਹੋ ਮਹਾਰਾਜ ਇੱਕ ਕੀ ਆ, ਕਿਤਾਬ ਨਹੀਂ ਹੈਗੀ। ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਹੈ। ਉਹ ਜੇ ਕੋਈ ਤੁਹਾਨੂੰ ਗਲਤ ਪ੍ਰਚਾਰ ਕਰਕੇ ਗਲਤ ਪਾਸੇ ਨੂੰ ਲੈ ਕੇ ਜਾ ਰਿਹਾ, ਨਾ ਜਾਓ। ਅਸੀਂ ਵੀ ਤਾਂ ਪ੍ਰਚਾਰ ਕਰ ਹੀ ਰਹੇ ਹਾਂ, ਫਿਰ ਅਸੀਂ ਸਹਿਮਤ ਹੋ ਜੀ ਉਹਨਾਂ ਨਾਲ ਨਹੀਂ। ਮੈਂ ਉਹਨਾਂ ਨਾਲ ਰਿਹਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ 20ਵੀਂ ਸਦੀ ਦਾ ਸਿੱਖ, ਮਹਾਨ ਸਿੱਖ, ਉਹਦੀਆਂ ਗੱਲਾਂ ਸੁਣੋ। ਮੈਤੇ ਇਹ ਗੱਲ ਹੋਣੀ ਕੋਈ 1976 ਦੀ ਜਾਂ 77 ਦੀ ਗੱਲ ਹੈ, 76 ਦੀ ਗੱਲ ਹੈ। ਸੰਤਾਂ ਦੇ ਪਿੰਡ ਵਾਢੀ ਚੱਲਦੀ ਸੀਗੀ, ਦਾਤਰੀ ਹੱਥ ਲੈ ਕੇ ਵਾਢੀਆਂ ਕਰਨੀਆਂ। ਸੰਤ ਜਰਨੈਲ ਸਿੰਘ ਵਿਦਿਆਰਥੀ ਸੀ ਉਦੋਂ। ਸੰਤ ਆ ਗਏ ਪਿੰਡ ਤੋਂ। ਮੈਂ ਕਿਹਾ ਹੋ ਗਈਆਂ ਵਾਢੀਆਂ? ਕਹਿੰਦੇ ਹੋ ਗਈਆਂ। ਕਹਿੰਦੇ ਆਸਣ ਕਿੱਥੇ ਲਾਇਆ? ਮੈਂ ਕਿਹਾ ਉੱਤੇ ਆ ਗੈਲਰੀ 'ਚ ਦਰਬਾਰ ਸਾਹਿਬ ਦੇ ਅੰਦਰ। ਇੱਕ ਇੱਕ ਟਰੰਕ ਰੱਖਿਆ ਹੁੰਦਾ ਸੀ ਪੋਥੀਆਂ ਵਾਲਾ। ਇੱਕ ਇੱਕ ਆ ਜਿਹੜੀ ਖਾਦ ਵਾਲੀ ਬੋਰੀ ਹੁੰਦੀ, ਇਹੀ ਸਾਡਾ ਟੈਚੀ ਹੁੰਦਾ ਸੀ। ਇਹ ਜੀ ਕੱਪੜੇ ਪਾ ਕੇ ਰੱਖ ਲੈਣੇ, ਉਹਦਾ ਹੀ ਸਰਾਣਾ ਬਣ ਜਾਣਾ। ਤੇ ਆਹ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌਂ ਜਾਂਦੇ ਸੀ। ਥੱਲੇ ਦਰੀ ਹੁੰਦੀ ਸੀ, ਆਹ ਦਰੀਆਂ ਨੇ ਥੱਲੇ ਵਿਛਾਉਣੇ। ਹੁਣ ਤਾਂ ਗਲੀਚੇ ਆ ਗਏ। ਕਹਿੰਦੇ ਠਾਕਰ ਸਾਹਿਬ ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂਦ ਨੂੰ, ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ, ਕਹਿੰਦੇ 4 ਦਿਨ ਬਾਕੀ ਰਹਿ ਗਏ ਆ ਤੇ ਪਾਠ ਦਾ ਭੋਗ ਪਾਉਣਾ, ਤੇ ਸੰਗਰਾਂਦ 'ਚ 4 ਦਿਨ ਨੇ ਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ। ਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ 4 ਦਿਨ। ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛਕ ਕੇ ਹੱਥ ਪੈਰ ਧੋ ਕੇ ਬਹਿ ਕੇ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ। 1000 ਕੁ ਸਹਿਜ ਪਾਠ ਸ਼ਾਇਦ ਕੀਤਾ ਜ਼ਿੰਦਗੀ 'ਚ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ। ਜਾਂ ਬਾਬਾ ਨੌਦ ਸਿੰਘ ਨੇ 1000 ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਜੀ ਸਮਾਧ ਉਹ ਤਰਨਤਾਰਨ ਰੋਡ ਤੇ ਆ। ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ। ਥੋੜੀਆਂ ਅੱਖਾਂ ਨਹੀਂ ਦੇਖਣ ਵਾਲੀਆਂ। ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਤਾਂ ਆਪ ਕਿਸੇ ਸਿੰਘ ਨੂੰ ਦੱਸਿਆ ਕਿ ਮੈਂ ਕਹਿੰਦੇ 93 ਸਾਲ ਦੀ ਉਮਰ ਸੀ ਜਦ ਮੈਂ ਸ਼ਹੀਦੀ ਪਾਈ ਹੈ। ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ, ਸੰਤ ਬੈਠੇ ਪਾਠ ਕਰਦੇ ਸੀ। ਮੈਂ ਕਿਹਾ ਮੈਂ ਪ੍ਰਸ਼ਾਦਾ ਅਸੀਂ ਛਕ ਲਿਆ ਸੀ। ਮੈਂ ਕਿਹਾ ਅਸੀਂ ਬਾਹਰ ਗੈਲਰੀ 'ਚ ਘੁੰਮਦੇ ਆਂ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ। ਲਾਈਟ ਗਈ ਆ, ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਤੇ ਉਦੋਂ। 8 ਤੋਂ 10 ਕੱਟ ਲੱਗਿਆ। 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜ ਹੀ। ਸਾਡੇ ਇੱਕ ਸਿੰਘ ਹੁੰਦਾ ਸੀ, ਉਹ ਇੱਕ ਗੱਲ ਕਹਿਣਾ ਹੁੰਦਾ ਸੀ, ਕਹਿੰਦਾ ਸਾਧ ਤੇ ਉੱਲੂ 2 ਜਾਣੇ ਉਜਾੜ ਹੀ ਭਾਲਦੇ ਹੁੰਦੇ ਆ। ਅਸੀਂ ਵੀ ਇਹੀ ਭਾਲਦੇ ਰਹਿੰਦੇ ਆ ਵੀ ਕਿਤੇ ਇਕਾਂਤ ਮਿਲ ਜੇ ਨਾ, ਬਹਿ ਕੇ ਪਾਠ ਕਰੀਏ। ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜੇ ਇਕਾਂਤ, ਟੀਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆਹ ਦੇਖੀਏ ਜਾਂ ਕੁਛ ਸੌਂ ਜਾਈਏ। ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ, ਲਾ ਲਓ ਫਿਰ ਚੌਪੀ ਸਾਹਿਬ, ਜਿੰਨੀਆਂ ਸੁਣ ਹੁੰਦੀਆਂ ਸੁਣੋ। ਦੱਸਣਾ ਨਹੀਂ ਚਾਹੀਦਾ। ਰਾਤ ਨੀਂਦ ਟਲ ਗਈ। ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 5 ਸੋਹਲੇ ਦੇ ਪਾਠ ਕਰੋ। ਮੈਂ ਰਿਪੀਟ ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ ਸੋਹਲਾ ਸਾਹਿਬ ਹੀ ਸੁਣ ਲਿਆ। ਆਨੰਦ ਆਇਆ। 25-30 ਚੌਪੀ ਸਾਹਿਬ ਦੇ ਪਾਠ ਕਰ ਲਏ। ਸਾਡੇ ਦਾ ਹੋਲਸੇਲ ਕੰਮ ਹੈ ਸਾਰੇ। ਬਾਬਾ ਜੀ ਬੈਠੇ, ਅਸੀਂ ਬਾਹਰੋਂ ਪਾਠ ਕਰ, ਲਾਈਟ ਆ ਗਈ, ਭੱਜ ਕੇ ਸਾਰੇ ਆਪੋ ਆਪਣੇ ਆਸਣਾਂ ਤੇ ਆਏ, ਪੱਖਿਆਂ ਥੱਲੇ। ਸੰਤ ਜਰਨੈਲ ਸਿੰਘ ਆਪਣੀ ਪੋਥੀ ਤੇ ਪਾਠ ਕਰ ਰਿਹਾ। ਮੈਂ ਆਇਆ, ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ ਤੇ ਹੱਥ ਰੱਖ ਕੇ ਬਹਿ ਕੇ ਹੱਸੀ ਗਿਆ। ਮੈਂ ਕਿਹਾ ਲਾਈਟ ਤੇ ਗਈ ਹੋਈ ਸੀ, ਉਹਨਾਂ ਵੀ ਮੇਰੇ ਮੋਢੇ ਤੇ ਹੱਥ ਰੱਖੇ ਨਾਲੇ ਹੱਸੀ ਜਾਣ। ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ, ਆਖੋ ਸਤਨਾਮ। ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ। ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ। ਮੈਂ ਅੱਗੇ ਵੀ ਸੁਣਾਇਆ, ਪਰ ਲੋਕਾਂ ਨੇ ਨੈਟ ਤੇ ਮਖੌਲ ਹੀ ਕੀਤੇ, ਮੈਨੂੰ ਪੁੱਠੇ ਸਿੱਧੇ ਬੋਲਦੇ, ਇਹ ਹੋ ਹੀ ਨਹੀਂ ਸਕਦਾ। ਤਾਂ ਮੈਂ ਸੋਚਿਆ ਮੈਂ ਕਿਹੜੇ ਬਾਗ ਦੀ ਮੋਹਣੀ, ਇਹ ਤੇ ਕਹਿੰਦੇ ਰੀਠੇ ਨਹੀਂ ਮਿੱਠੇ ਕੀਤੇ, ਪੰਜਾ ਨਹੀਂ ਲਾਇਆ, ਇਹਨਾਂ ਆਹ ਨਹੀਂ ਕੀਤਾ। ਚਲੋ ਖੈਰ ਕੋਈ ਗੱਲ। ਹੈਂਡੀਕੈਪਟ ਵੀ ਹੁੰਦੇ ਬੰਦੇ, ਦਿਮਾਗ ਨੂੰ ਥੋੜਾ ਘੱਟ ਹੈ, ਹੁਣ ਕੀ ਕਰ ਸਕਦੇ ਆ। ਤਰਸ ਵੀ ਆਉਂਦਾ ਵਿਚਾਰਿਆਂ ਤੇ ਵੀ। ਕਿਉਂ? ਇੱਕ ਬਾਹਰਲੇ ਦੇਸ਼ 'ਚ ਬੱਚਾ ਸੀ, ਮੈਂ ਉਹ ਆਈਆਂ ਕਰੇ, ਮੈਂ ਕਿਹਾ ਉਮਰ ਏਡੀ ਵੱਡੀ ਹੈ,
ਕਹਿੰਦੇ ਹੈ ਤੇ 20 ਸਾਲ ਦਾ ਡਾਕਟਰ, ਕਹਿੰਦੇ ਮੱਤ 1 ਸਾਲ 2 ਸਾਲ ਦੇ ਨਿਆਣੇ ਵਾਲੀ ਹੋਈ ਆ। ਇਹ ਵੀ ਇਦਾਂ ਦਾ ਹੀ ਹੈ, ਉਮਰੋਂ ਵੱਡੀਆਂ ਵੱਡੀਆਂ ਲੌਂਠੇ ਹੋ ਗਏ ਆ ਤੇ ਮੱਤ ਕਿੰਨੀ ਕੁ ਹੈ? 2 ਸਾਲ ਦੇ ਨਿਆਣੇ ਤੋਂ ਵੀ ਘੱਟ ਮੱਤ।